ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇਖ ਰਹੇ ਹੋ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪੇਜ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਲੀਆ ਕਲਾ ਤੋਂ। ਆइए ਸਰਵਣ ਕਰੀਏ ਅੱਜ ਦਾ ਹੁਕਮਨਾਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹਲਾ ਚੌਥਾ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਝੀ ਦੇ ਫਿਰਹਿ ਬਿਨ ਨਾਵੈ, ਓਏ ਖਪ ਖਪ ਮੁਏ ਕਰਾਂਝਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ। ਗੁਰ ਗਿਆਨ ਦਿਓ ਮਨ ਸਮਝਾ, ਰਹਾਉ ਹਰ ਕੀਰਤ ਕਲ ਜੁਗ ਪਦ ਉਤਮ। ਹਰ ਪਾਈਐ ਸਤਿਗੁਰ ਮਾਝਾ। ਹਉ ਬਲਿਹਾਰੀ ਸਤਿਗੁਰ ਆਪਣੀ, ਜਿਨ ਗੁਪਤ ਨਾਮ ਪਰਗਾਂਝਾ। ਦਰਸ਼ਨ ਸਾਧ ਮਿਲਿਓ ਵਡ ਭਾਗੀ, ਸਭ ਕਿਲ ਬਿਖ ਗਏ ਗਵਾਝਾ। ਸਤਿਗੁਰ ਸ਼ਾਹ ਪਾਇਆ ਵੱਡ ਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਤਾਰਿਓ ਮਨ ਮਾਝਾ। ਧਰਮ ਰਾਈ ਦਰ ਕਾਗਦ ਫਾਰੀ, ਜਨ ਨਾਨਕ ਲਿਖਾ ਸਮਝਾ। ਪਰਮ ਸਨਮਾਨਿਓ ਚਵਰ ਛਤਰ ਤਖਤ ਦੇ ਮਾਲਕ
ਦੋ ਜਹਾਨਾਂ ਦੇ ਵਾਲੀ, ਵਾਲੀ ਕੁਲ ਆਲਮ। ਸਰਬ ਸਾਂਝੀ ਕਾਇਨਾਤ ਦੇ ਸਰਬ ਸਾਂਝੇ ਰਹਿਬਰ, ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ। ਤਿਨਾਂ ਦੀ ਪਾਵਨ ਮੁਕੱਦਸ ਗੋਦ ਅੰਦਰ ਹਾਜ਼ਰੀਨ ਹੋ ਰਹੀਆਂ ਸਮੂਹ ਸੰਗਤਾਂ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਸੁਣ ਕੇ ਆਪ ਜੀਆਂ ਨੇ ਮਨ ਨੂੰ ਉਸ ਪਰਮਾਤਮਾ ਦੇ ਚਰਨਾਂ ਵਿੱਚ ਸਮਰਪਿਤ ਕੀਤਾ ਹੈ। ਆਓ ਕੁਝ ਸਮੇਂ ਵਾਸਤੇ ਸਤਿਗੁਰਾਂ ਜੀ ਦਾ ਪਾਵਨ ਮੁਖ ਵਾਕ ਜੋ ਆਪ ਜੀਆਂ ਨੇ ਦਾਸਰਿਆਂ ਪਾਸੋਂ ਸਰਵਣ ਕੀਤਾ ਹੈ, ਅੱਜ ਦਾ ਪਾਵਨ ਮੁਖ ਵਾਕ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਜੈਤ ਸਰੀ ਰਾਗ ਅੰਦਰ 697 ਅੰਕ ਤੇ ਸੁਭਾਇਮਾਨ ਹੈ। ਪਾਵਨ ਸ਼ਬਦ ਦੇ ਵਿਚਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਬਖਸ਼ਿਸ਼ ਕਰਦੇ ਹਨ ਕਿ ਐ ਭਾਈ, ਐ ਰੱਬ ਦਿਆ ਬੰਦਿਆ, ਉਸ ਰੱਬ ਦਾ ਨਾਮ ਜਪਿਆ ਕਰ ਜੋ ਸਾਰਿਆਂ ਦੇ ਅੰਦਰ ਵਸ ਰਿਹਾ ਹੈ। ਸਤ ਸੰਗਤ ਮੈਂ ਬੇਨਤੀ ਕਰਾਂ, ਮਾਝਾ ਸ਼ਬਦ ਤੋਂ ਭਾਵ ਹੁੰਦਾ ਹੈ ਵਿਚਕਾਰਲਾ ਹਿੱਸਾ। ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਉਹਨਾਂ ਇਲਾਕਿਆਂ ਨੂੰ ਮਾਝਾ, ਮਾਲਵਾ, ਦੁਆਬਾ ਕਰਕੇ 3 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਤੇ ਵਿਚਕਾਰਲੇ ਹਿੱਸੇ ਨੂੰ, ਵਿਚਲੇ ਹਿੱਸੇ ਨੂੰ ਮਾਝਾ ਆਖਿਆ ਜਾਂਦਾ ਹੈ। ਸਤਿਗੁਰੂ ਜੀ ਸ਼ਬਦ ਵਰਤਦੇ ਹਨ, ਹਰ ਮਾਝਾ। ਹਰ ਤੋਂ ਭਾਵ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੋ ਆਪ ਹੀ ਆਪ ਹੈ, ਬੇਅੰਤ ਪਰਮਾਤਮਾ ਹੈ। ਮਾਝਾ ਤੋਂ ਭਾਵ ਵਿੱਚ, ਜਿਹੜਾ ਪਰਮਾਤਮਾ ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਐ ਮਨ, ਉਸ ਰੱਬ ਦਾ ਸਿਮਰਨ ਕਰ, ਉਸ ਰੱਬ ਦੀ ਬੰਦਗੀ ਕਰ, ਉਸ ਰੱਬ ਦਾ ਪ੍ਰਤਾਪ ਨੂੰ ਸਮਝ ਜੋ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਜਿਸ ਨੇ ਸਾਰਿਆਂ ਦੇ ਵਿੱਚ ਆਪਣੀ ਜੋਤ ਨੂੰ ਟਿਕਾ ਰੱਖਿਆ ਹੈ। ਜੇਕਰ ਕੋਈ ਇਨਸਾਨ ਸੰਸਾਰ ਦੇ ਉੱਤੇ ਅਮੀਰ ਹੈ, ਉਸ ਵਿੱਚ ਵੀ ਰੱਬ ਦੀ ਜੋਤ ਹੈ। ਜੇਕਰ ਕੋਈ ਗਰੀਬ ਹੈ ਤੇ ਉਸ ਵਿੱਚ ਵੀ ਰੱਬ ਦੀ ਜੋਤ ਹੈ। ਸਤ ਸੰਗਤ ਮੈਂ ਬੇਨਤੀ ਕਰਾਂ, ਪਾਵਨ ਹੁਕਮ ਦੀ ਵਿਚਾਰ 1-2 ਵਾਰ ਪਹਿਲਾਂ ਵੀ ਹੋ ਚੁੱਕੀ ਹੈ। ਪਾਵਨ ਸ਼ਬਦ ਦੇ ਰਾਹੀਂ ਸਮਝਣ ਦਾ ਯਤਨ ਕਰਾਂਗੇ ਕਿ ਸਤਿਗੁਰੂ ਜੀ ਸ਼ਬਦ ਦਾ ਰਹਾਉ ਵਾਲਾ ਭਾਵ ਬੰਦ, ਰਹਾਉ ਵਾਲੇ ਬੰਦ ਵਿੱਚ ਕੀ ਬਖਸ਼ਿਸ਼ ਕਰਦੇ ਹਨ। ਕਿਉਂਕਿ ਮੈਂ ਬੇਨਤੀ ਕਰਾਂ, ਰਹਾਉ ਵਾਲਾ ਬੰਦ ਜਿਹੜਾ ਉਹ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਸਤਿਗੁਰੂ ਜੀ ਪਾਵਨ ਸ਼ਬਦ ਦੇ ਵਿੱਚ ਕੀ ਬਖਸ਼ਿਸ਼ ਕਰਦੇ ਹਨ, ਕੀ ਸਮਝਾਉਣਾ ਚਾਹੁੰਦੇ ਹਨ, ਇਨਸਾਨੀ ਮਨ ਨੂੰ ਕੀ ਤਾੜਨਾ ਕਰਦੇ ਹਨ ਤੇ ਕੀ ਉਪਦੇਸ਼ ਦਿੰਦੇ ਹਨ। ਸ਼ਬਦ ਦੇ ਕੇਂਦਰੀ ਭਾਵ ਰਹਾਉ ਤੋਂ ਬਖਸ਼ਿਸ਼ ਹੁੰਦਾ ਹੈ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਤੇ ਜਦੋਂ ਆਪਾਂ ਸਤਿਗੁਰੂ ਜੀ ਦਾ ਮੁੱਖ ਵਾਕ, ਪਾਵਨ ਵਾਕ ਕਿਸੇ ਵੀ ਵਾਰ ਦੇ ਵਿੱਚੋਂ ਆਉਂਦਾ ਹੈ, ਜਿਵੇਂ ਜੈਤਸਰੀ ਕੀ ਵਾਰ, ਸੋਰਠ ਕੀ ਵਾਰ, ਇਹਨਾਂ ਵਾਰਾਂ ਦੇ ਵਿੱਚੋਂ ਆਉਂਦਾ ਹੈ ਤੇ ਉਸ ਵਿੱਚ 1 ਜਾਂ 2 ਸ਼ਲੋਕ ਹੁੰਦੇ ਹਨ, ਉਪਰੰਤ ਪੌੜੀ ਹੁੰਦੀ ਹੈ। ਪੌੜੀ ਦੀ ਅਖੀਰਲੀ ਪੰਕਤੀ ਦੇ ਵਿੱਚ ਉਸ ਸ਼ਲੋਕਾਂ ਦਾ, ਉਸ ਪੌੜੀ ਦਾ ਭਾਵ ਹੁੰਦਾ ਹੈ। ਜਿਸ ਤਰੀਕੇ ਦੇ ਨਾਲ ਪੌੜੀ ਦੀ ਅਖੀਰਲੀ ਪੰਕਤੀ ਦੇ ਵਿੱਚ ਪੌੜੀ ਦਾ ਤੇ ਸ਼ਲੋਕਾਂ ਦਾ ਭਾਵ ਹੁੰਦਾ ਹੈ,
ਸ਼ਬਦ ਦਾ ਕੇਂਦਰੀ ਭਾਵ ਉਸ ਦੇ ਰਹਾਉ ਵਾਲੇ ਬੰਦ ਅੰਦਰ ਹੁੰਦਾ ਹੈ। ਸਤਿਗੁਰੂ ਜੀ ਰਹਾਉ ਵਾਲਾ ਬੰਦ ਬਖਸ਼ਿਸ਼ ਕਰਦੇ ਹਨ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਕਿ ਉਸ ਪਰਮਾਤਮਾ ਦਾ ਨਾਮ ਸਿਮਰਨ ਕਰ, ਉਸ ਪਰਮਾਤਮਾ ਨੂੰ ਜਪਣਾ ਕਰ ਜੋ ਸਾਰਿਆਂ ਵਿੱਚ, ਮਾਝਾ ਤੋਂ ਭਾਵ ਵਿਚਕਾਰ ਵਸ ਰਿਹਾ ਹੈ, ਜੋ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਸਤ ਸੰਗਤ ਮੈਂ ਬੇਨਤੀ ਕੀਤੀ, ਉਸ ਰੱਬ ਦੀ ਜੋਤ, ਅਕਾਲ ਪੁਰਖ ਦੇ ਗੁਣ, ਅਕਾਲ ਪੁਰਖ ਦੀ ਜੋਤ ਅਮੀਰ ਦੇ ਵਿੱਚ ਵੀ ਹੈ ਤੇ ਗਰੀਬ ਦੇ ਵਿੱਚ ਵੀ ਹੈ। ਉਸ ਅਕਾਲ ਪੁਰਖ ਦੀ ਜੋਤ ਇੱਕ ਰਾਜੇ ਦੇ ਵਿੱਚ ਵੀ ਹੈ, ਇੱਕ ਭਿਖਾਰੀ ਦੇ ਵਿੱਚ ਵੀ ਹੈ। ਸ਼ਾਇਦ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ ਧਰਤੀ ਤੇ ਆਕਾਸ਼ ਚੜਾਵੇ, ਚੜ੍ਹੈ ਆਕਾਸ਼ ਗਿਰਾਵੇ। ਉਸ ਰੱਬ ਦੀ ਸੱਤਿਆ ਹੈ, ਉਸ ਰੱਬ ਦੀ ਜੋਤ ਦੀ ਕਰਾਮਾਤ ਹੈ, ਜਿਸ ਨੂੰ ਕਰਿਸ਼ਮਾ ਕਹਿ ਲਈਏ, ਕਿ ਜੋਤ ਉਸਨੇ ਇੱਕ ਅਮੀਰ ਦੇ ਵਿੱਚ ਵੀ ਵਰਤਾਈ ਹੈ, ਜੋਤ ਉਸਨੇ ਇੱਕ ਗਰੀਬ ਦੇ ਵਿੱਚ ਵੀ ਵਰਤਾਈ ਹੈ। ਬਖਸ਼ਿਸ਼ ਕਰਦੇ ਹਨ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝ, ਕਿ ਉਸ ਪਰਮਾਤਮਾ ਦੀ, ਉਸ ਕਿਰਪਾਲੂ ਦਇਆਲੂ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਜਿਸ ਮਨੁੱਖ ਉੱਤੇ ਹੁੰਦੀ ਹੈ, ਹਰ ਹਰ ਕਿਰਪਾਲ। ਗੁਰੂ ਸਾਹਿਬ ਨੇ 3 ਸ਼ਬਦ ਵਰਤੇ ਹਨ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ। ਹਰੀ ਦਾ ਭਾਵ ਵੀ ਉਹ ਪਰਮਾਤਮਾ ਵਾਹਿਗੁਰੂ ਹੈ, ਕਿਰਪਾਲ ਦਾ ਭਾਵ ਵੀ ਉਹ ਪਰਮਾਤਮਾ ਵਾਹਿਗੁਰੂ ਹੈ, ਕਿਰਪਾ ਧਾਰੀ ਦਾ, ਕਿਰਪਾ ਪ੍ਰਭ ਧਾਰੀ, ਪ੍ਰਭ ਧਾਰੀ ਦਾ ਭਾਵ ਵੀ ਉਹ ਪਰਮਾਤਮਾ ਹੈ। ਉਸ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੇ, ਸਤ ਸੰਗਤ ਮੈਂ ਬੇਨਤੀ ਕਰਾਂ, ਸਤਿਗੁਰੂ ਜੀ ਸ਼ਬਦ ਇੱਕ ਵੀ ਸੀ, ਹਰੀ ਵੀ ਵਰਤਦੇ ਨਹੀਂ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੇਕਰ ਜੀਵਨ ਪੜ੍ਹ ਕੇ ਵੇਖੀਏ, ਜੀਵਨ ਨੂੰ ਵਾਚ ਕੇ ਵੇਖੀਏ, ਤੇ ਉਹਨਾਂ ਦੇ ਜੀਵਨ ਦੇ ਵਿੱਚ ਉਹ ਕੋਮਲਤਾ, ਉਹ ਨਿਮਰਤਾ ਮਿਲਦੀ ਹੈ, ਜਿਹੜੀ ਕਿ ਨਿਮਰਤਾ ਦੀ ਸਿਖਰ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਜੇਕਰ ਕੋਮਲਤਾ ਨੂੰ ਗਹੁ ਦੇ ਨਾਲ ਵਾਚੀਏ, ਧਿਆਨ ਦੇ ਨਾਲ ਵੇਖੀਏ, ਤੇ ਨਿਮਰਤਾ ਦੀ, ਕੋਮਲਤਾ ਦੀ ਸਿਖਰ ਮਿਲਦੀ ਹੈ। ਬਖਸ਼ਿਸ਼ ਕਰਦੇ ਹਨ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝ। ਜੇਕਰ ਗੁਰੂ ਨੇ ਗਿਆਨ ਬਖਸ਼ਿਸ਼ ਕੀਤਾ ਹੈ ਤਾਂ ਕਰਕੇ ਮਨ ਨੂੰ ਸੋਝੀ ਆਉਂਦੀ ਹੈ। ਜੇਕਰ ਗੁਰੂ ਨੇ ਗਿਆਨ ਬਖਸ਼ਿਸ਼ ਦਿੱਤਾ ਹੈ, ਗਿਆਨ ਦੀ ਬਖਸ਼ਿਸ਼ ਦਿੱਤੀ ਹੈ, ਮਨ ਨੂੰ ਸੋਝੀ ਆਉਂਦੀ ਹੈ, ਮਨ ਸਮਝਾ, ਫਿਰ ਮਨ ਸਮਝਦਾ ਹੈ ਰੱਬ ਕੀ ਹੈ। ਸਤ ਸੰਗਤ ਮੈਂ ਬੇਨਤੀ ਕਰਾਂ, ਇਨਸਾਨ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਦੇ 1430 ਅੰਗਾਂ ਦੇ ਵਿੱਚ ਸਮਝਾਉਣਾ ਕੀਤਾ ਹੈ। ਹਰ ਇੱਕ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਇਨਸਾਨ ਨੂੰ ਉਸ ਮਾਲਕ ਦਾ, ਉਸ ਅਕਾਲ ਪੁਰਖ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਨਸਾਨ ਨੇ ਜੇਕਰ ਪਸ਼ੂਆਂ ਦੇ ਵਿੱਚ ਵੇਖੀਏ ਤੇ ਬਹੁਤ ਤਰੱਕੀ ਕੀਤੀ ਹੈ। ਇਨਸਾਨ ਸੋਚਦਾ ਹੈ ਮੇਰੇ ਘਰ ਵਿੱਚ ਪਸ਼ੂ ਹੈ ਤੇ ਜਿਹੜਾ ਅੱਗੇ ਪਸ਼ੂ ਜਨਮ ਲੈ ਰਿਹਾ ਹੈ ਉਹ ਪਸ਼ੂ ਚੰਗਾ ਹੋਵੇ। ਇਨਸਾਨ ਦਾ ਆਪਣਾ ਬਗੀਚਾ ਹੈ, ਆਪਣੀ ਫਸਲ ਹੈ, ਉਸ ਦਾ ਵਿਚਾਰ ਹੈ, ਉਸ ਦਾ ਖਿਆਲ ਹੈ ਮੇਰੀ ਅਗਲੀ ਫਸਲ ਬਹੁਤ ਵਧੀਆ ਹੋਵੇ, ਚੰਗੀ ਫਸਲ ਹੋਵੇ, ਉਸ ਦੇ ਵਿੱਚੋਂ ਚੰਗਾ ਅਨਾਜ ਪੈਦਾ ਹੋਵੇ। ਇਨਸਾਨ ਨੇ ਸਾਇੰਸ ਦੇ ਖੇਤਰ ਵਿੱਚ ਤਰੱਕੀ ਕੀਤੀ ਹੈ। ਇਨਸਾਨ ਨੇ ਪਹਿਲਾਂ ਛੋਟੀ ਮਸ਼ੀਨ ਬਣਾਈ, ਉਸ ਤੋਂ ਵੱਡੀ ਮਸ਼ੀਨ ਬਣਾਈ। ਅੱਗੇ ਦੀ ਘਾੜਤ ਦੇ ਵਿੱਚ ਦਿਮਾਗ ਦਾ ਖਿਆਲ ਹੈ ਕਿ ਇਸ ਤੋਂ ਵੀ ਹੋਰ ਚੰਗੀ ਮਸ਼ੀਨ ਬਣਾਈ ਜਾਵੇ। ਪਰ ਅਫਸੋਸ ਇਨਸਾਨ ਨੇ ਇਨਸਾਨ ਦੇ ਮਾ ਚੰਗਾ ਬਣਾਉਣ ਦੇ ਲਈ ਅਜੇ ਤੱਕ ਕੋਈ ਤਰੱਕੀ ਨਹੀਂ ਕੀਤੀ। ਉਹ ਰੱਬ ਤੇ ਛੱਡਦਾ ਹੈ ਕਿ ਉਹ ਰੱਬ ਨੇ ਕਰਨਾ ਹੈ। ਮੈਂ ਬੇਨਤੀ ਕਰਾਂ, ਮਾਤਾ ਗੁਜਰ ਕੌਰ ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਨਾਲ ਠੰਡੇ ਬੁਰਜ ਦੇ ਵਿੱਚ ਕੈਦ ਸਨ, ਉਹਨਾਂ ਨੇ ਰੱਬ ਤੇ ਨਹੀਂ ਸੀ ਛੱਡਿਆ। ਉਹਨਾਂ ਬੱਚਿਆਂ ਨੂੰ ਸਾਰੀ ਸਾਰੀ ਰਾਤ ਜਾ ਕੇ ਸਿੱਖਿਆ ਦਿੱਤੀ ਸੀ ਕਿ ਪੁੱਤਰੋ, ਤੁਸੀਂ ਉਸ ਪਿਤਾ ਦੇ ਲਾਲ ਹੋ ਜਿਸ ਨੇ ਆਪਣੇ 9 ਸਾਲ ਦੀ ਅਵਸਥਾ ਦੇ ਵਿੱਚ ਆਪਣੇ ਪਿਤਾ ਦਾ ਸਿਰ ਧੜ ਤੋਂ ਜੁਦਾ ਹੋਇਆ ਵੇਖਿਆ। ਆਪਣੇ
ਪਿਤਾ ਦੀਆਂ 9 ਸਾਲ ਦੀ ਅਵਸਥਾ ਦੇ ਵਿੱਚ ਪਿਤਾ ਦਾ ਸਿਰ ਧੜ ਤੋਂ ਜੁਦਾ ਹੁੰਦਾ ਦੇਖਿਆ ਹੈ। ਤੁਸੀਂ ਉਸ ਦਾਦੇ ਦੇ ਪੁੱਤਰੇ ਹੋ ਜਿਸ ਨੇ ਇਨਸਾਨੀਅਤ ਦੀ ਧਰਮ ਦੀ ਖਾਤਰ ਆਪਣਾ ਆਪਾ ਵਾਰ ਦਿੱਤਾ, ਪਰ ਧਰਮ ਤੇ ਆਂਚ ਨਹੀਂ ਆਉਣ ਦਿੱਤੀ। ਸਿੱਖਿਆਵਾਂ ਸੀ ਮਾਤਾ ਗੁਜਰ ਕੌਰ ਦੀਆਂ ਉਹਨਾਂ ਬੱਚਿਆਂ ਨੂੰ, ਨਾ ਕਿ ਰੱਬ ਤੇ ਛੱਡਿਆ ਸੀ। ਸਤ ਸੰਗਤ ਮੈਂ ਬੇਨਤੀ ਕਰਾਂ, ਰੱਬ ਦਾ ਕਰਮ ਹੈ ਇਨਸਾਨ ਨੂੰ ਸੋਝੀ ਦੇਣੀ, ਇਨਸਾਨ ਨੂੰ ਬਖਸ਼ਿਸ਼ ਕਰਨੀ। ਜਿਸ ਤਰੀਕੇ ਦੇ ਨਾਲ ਇੱਕ ਟੀਚਰ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਾਉਂਦਾ ਹੈ, ਉਹ ਬੱਚੇ ਨੇ ਘਰ ਜਾ ਕੇ ਹੋਮਵਰਕ ਕਰਨਾ ਹੈ, ਰਿਪੀਟ ਕਰਨਾ ਹੈ, ਪੜ੍ਹਨਾ ਹੈ ਜਾਂ ਨਹੀਂ ਪੜ੍ਹਨਾ ਹੈ, ਇਹ ਉਸ ਦੇ ਉੱਤੇ ਡਿਪੈਂਡ ਕਰਦਾ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਸਕੂਲ ਦੇ ਵਿੱਚ ਬੱਚੇ ਸਾਰੇ ਹੁੰਦੇ ਹਨ, ਪਰ ਟੌਪਰ ਕੋਈ ਹੁੰਦਾ ਹੈ ਤੇ ਮਿਡਲ ਕਲਾਸ ਵਾਲਾ ਵੀ ਕੋਈ ਹੁੰਦਾ ਹੈ, ਨਹੀਂ ਤੇ ਸਾਰੇ ਥੱਲੇ ਵਾਲੇ ਹੁੰਦੇ ਨੇ। ਬੇਨਤੀ ਕਰ ਰਿਹਾ ਸੀ, ਮਾਤਾ ਗੁਜਰ ਕੌਰ ਨੇ ਬੱਚਿਆਂ ਨੂੰ ਸਿੱਖਿਆ ਦਿੱਤੀ ਸੀ, ਬੱਚਿਆਂ ਨੂੰ ਸਮਝਾਇਆ ਸੀ, ਗੁਰੂ ਦਾ ਉਪਦੇਸ਼ ਦ੍ਰਿੜ ਕਰਾਇਆ ਸੀ, ਗੁਰੂ ਦੀ ਸਿੱਖਿਆ ਨੂੰ ਦ੍ਰਿੜ ਕਰਾਇਆ ਸੀ। ਉਹ ਬੱਚੇ ਆਪਣੇ ਐਗਜ਼ਾਮ ਦੇ ਵਿੱਚ ਖਰੇ ਉਤਰੇ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਗੁਰ ਗਿਆਨ ਦਿਓ ਮਨ ਸਮਝਾ। ਉਸ ਗੁਰੂ ਨੇ ਗਿਆਨ ਸਾਰਿਆਂ ਨੂੰ ਦਿੱਤਾ ਹੈ, ਗਿਆਨ ਸਾਰਿਆਂ ਨੂੰ ਬਖਸ਼ਿਆ ਹੈ, ਪਰ ਜਪਜੀ ਸਾਹਿਬ ਦਾ ਪਾਵਨ ਬਚਨ ਆਉਂਦਾ ਹੈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਉਸ ਅਕਾਲ ਪੁਰਖ ਨੇ ਸਾਰਿਆਂ ਦੀ ਮਤ ਦੇ ਵਿੱਚ, ਮਤ ਵਿੱਚ ਰਤਨ ਸਾਰਿਆਂ ਨੂੰ ਮਹਿੰਗਾ ਹੁੰਦਾ ਹੈ, ਜਵਾਹਰ ਮਾਣਕ ਮੋਤੀ ਸਾ ਮਹਿੰਗੀ ਵਸਤੂ ਹੈ। ਕਹਿੰਦੇ ਮਹਿੰਗੀਆਂ ਵਸਤੂਆਂ ਵਰਗੇ ਗੁਣ ਉਸ ਅਕਾਲ ਪੁਰਖ ਨੇ ਸਾਰਿਆਂ ਦੇ ਅੰਦਰ ਪਾਏ ਹਨ, ਪਰ ਉਸ ਨੂੰ ਸਮਝਦਾ ਕੋਈ ਹੈ, ਤੇ ਜਿਹੜਾ ਸਮਝਦਾ ਹੈ ਉਹ ਪਾਰ ਹੋ ਜਾਂਦਾ ਹੈ। ਗੁਰ ਗਿਆਨ ਦਿਓ ਮਨ ਸਮਝਾ। ਜਿਸ ਨੂੰ ਉਸ ਗਿਆਨ ਦੀ, ਉਸ ਰਤਨਾਂ ਦੀ, ਉਸ ਜਵਾਹਰ ਦੀ, ਉਸ ਮੋਤੀਆਂ ਦੀ ਸਮਝ ਆਉਂਦੀ ਹੈ, ਉਹ ਮਨ ਨੂੰ ਸਮਝਾ ਲੈਂਦਾ ਹੈ ਤੇ ਆਖਦਾ ਹੈ ਨਹੀਂ ਭਲਿਆ, ਜੇ ਕਿਸੇ ਦਾ ਹੱਕ ਮਾਰ ਰਿਹਾ ਹੈ ਤੇ ਉਹ ਤੇਰੇ ਲਈ ਗਲਤ ਹੈ। ਜੇਕਰ ਪਰਾਈ ਨਿੰਦਿਆ ਕਰ ਰਿਹਾ ਹੈ, ਉਹ ਤੇਰੇ ਲਈ ਗਲਤ ਹੈ। ਜੇਕਰ ਕਿਸੇ ਲਈ ਕਬੂਲ ਬੋਲ ਰਿਹਾ ਹੈ, ਉਹ ਤੇਰੇ ਲਈ ਗਲਤ ਹੈ। ਗੁਰ ਗਿਆਨ ਦਿਓ ਮਨ ਸਮਝਾ। ਜੇਕਰ ਗਿਆਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਗਿਆਨ ਨੂੰ ਇਨਸਾਨ ਨੇ ਸਮਝਿਆ ਹੈ, ਹਰ ਹਰ ਕਿਰਪਾਲ, ਕਿਰਪਾ ਪ੍ਰਭ ਧਾਰੀ, ਫਿਰ ਉਸ ਦੀ ਕਿਰਪਾ ਹੋਣ ਚ ਵੀ ਸਮਾਂ ਨਹੀਂ ਲੱਗਦਾ। ਬਖਸ਼ਿਸ਼ ਕਰਦੇ ਹਨ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬੰਝਾ। ਮੈਂ ਬੇਨਤੀ ਕਰਾਂ ਸਤ ਸੰਗਤ, ਪਾਵਨ ਸ਼ਬਦ ਦੇ ਵਿੱਚ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਹਨ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬੰਝਾ। ਆਮ ਤੌਰ ਤੇ ਆਪਾਂ ਮਾਤ ਦੇ ਅਰਥ ਗੁਰਬਾਣੀ ਦੇ ਵਿੱਚ ਮਾਤਾ ਵੀ ਕਰਦੇ ਹਾਂ। ਆਮ ਤੌਰ ਤੇ ਗੁਰਬਾਣੀ ਦੇ ਅਰਥ ਮਾਤ ਦੇ ਆਪਾਂ ਮਤ ਵੀ ਕਰਦੇ ਹਾਂ, ਤੇ ਗੁਰਬਾਣੀ ਦੇ ਵਿੱਚ ਮਾਤ ਸ਼ਬਦ ਵੀ ਆਉਂਦਾ ਹੈ। ਤੁਛ ਸੁਣ ਸੁਣ ਮਾਤ ਵਖਾਣੈ, ਮਾਤ ਤੋਂ ਉੱਥੇ ਭਾਵ ਆਉਂਦਾ ਹੈ ਮਾਤਰ, ਰਤਾ ਪਾਤਰ। ਤੁਛ ਮਾਤਰ ਸੁਣ ਸੁਣ ਕੇ ਵੀ ਲੋਕ ਰੱਬ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਸ ਪ੍ਰਮਾਤਮਾ ਦਾ ਨਾਮ ਨਹੀਂ ਵਸਦਾ, ਜਿਨ੍ਹਾਂ ਨੇ ਕਦੇ ਰੱਬ ਦਾ ਚਿੱਤ ਖਿਆਲ ਹੀ ਨਹੀਂ ਕੀਤਾ, ਤਿਨ ਮਾਤ ਕੀਜੈ ਹਰ ਬਾਂਝਾ। ਐ ਰੱਬਾ, ਬਿਹਤਰ ਹੈ ਕਿ ਐਸੇ ਮਾਤਾ ਦੀ ਕੁੱਖ ਬਾਂਝ ਰਹਿ ਜਾਣੀ ਚਾਹੀਦੀ ਸੀ। ਕਿਉਂ ਸਤ ਸੰਗਤ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਇੰਨੀ ਕੋਮਲਤਾ, ਨਿਮਰਤਾ ਦੀ ਸ਼ਿਕਰ ਹੈ, ਫਿਰ ਵੀ ਸ਼ਬਦ ਵਰਤਦੇ ਹਨ, ਤਿਨ ਮਾਤ ਕੀਜੈ ਹਰ ਬਾਂਝਾ। ਆਪ ਸਾਰੇ ਜਾਣੂ ਹੋ, ਜੇ ਕਿਸੇ ਕਿਸਾਨ ਵੀਰ ਨੂੰ ਇਹ ਗੱਲ ਕਹਿ ਦਿੱਤੀ ਜਾਵੇ ਕਿ ਤੇਰੀ ਜ਼ਮੀਨ ਬੰਜਰ ਰਹਿ ਜਾਵੇ, ਉਸ ਦੇ ਲਈ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ। ਜੇਕਰ ਕਿਸੇ ਮਾਤਾ ਨੂੰ ਇਤਨੀ ਗੱਲ ਆਖ ਦਿੱਤੀ ਜਾਵੇ ਕਿ ਤੇਰੀ ਕੁੱਖ ਬਾਂਝ ਰਹਿ ਜਾਵੇ, ਉਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਜਿਨ ਹਰ ਹਿਰਦੈ ਨਾਮ ਨਾ ਬਸਿਓ। ਜੇਕਰ ਉਸਨੇ ਦੁਨੀਆ ਤੇ ਆ ਕੇ, ਸੰਸਾਰ ਤੇ ਜਨਮ ਲੈ ਕੇ ਕੁਕਰਮ ਹੀ ਕਰਨੇ ਹਨ, ਜੇਕਰ ਸੰਸਾਰ ਤੇ ਆ ਕੇ ਪਾਪ ਹੀ ਕਰਨੇ ਹਨ, ਕੋਈ ਧਰਮ ਦਾ ਕੰਮ ਨਹੀਂ ਕਰਨਾ, ਕੋਈ ਇਨਸਾਨੀਅਤ ਦਾ ਕੰਮ ਨਹੀਂ ਕਰਨਾ, ਤਿਨ ਮਾਤ ਕੀਜੈ ਹਰ ਬਾਂਝਾ। ਕਹਿੰਦੇ ਫਿਰ ਐਸੀ ਕੁੱਖ ਬਾਂਝ ਜਾਣੀ ਚਾਹੀਦੀ ਸੀ, ਕਿਉਂਕਿ ਜੇਕਰ ਉਹ ਪੁੱਤਰ ਕੁਕਰਮ ਕਰੇਗਾ ਤੇ ਨਾਲ ਉਸ ਦੀ ਮਾਤਾ ਨੂੰ ਵੀ ਦੁੱਖ ਹੋਵੇਗਾ।
ਸਤ ਸੰਗਤ ਸੰਸਾਰ ਦੇ ਵੱਡੇ ਵੱਡੇ ਸੰਤਾਂ ਮਹਾਪੁਰਸ਼ਾਂ ਮਹਾਤਮਾਵਾਂ ਨੇ ਇਸ ਗੱਲ ਦਾ ਵਿਖਿਆਨ ਕੀਤਾ ਹੈ ਕਿ ਮਾਤਾ ਦੇ ਗਰਭ ਕਾਲ ਸਮੇਂ ਮਾਤਾ ਦੇ ਜੋ ਵੀ ਚਿੱਤ ਦੇ ਵਿੱਚ ਸਵਾਲ ਆਉਂਦਾ ਹੈ, ਜੋ ਵੀ ਜਵਾਬ ਆਉਂਦਾ ਹੈ, ਭਾਵੇਂ ਉਹ ਸੰਸਾਰਿਕ ਤੌਰ ਤੇ ਹੈ, ਭਾਵੇਂ ਉਹ ਅਧਿਆਤਮਿਕ ਤੌਰ ਤੇ ਹੈ, ਗਰਭ ਕਾਲ ਦੇ ਵਿੱਚ ਉਸ ਬੱਚੇ ਦੇ ਉੱਤੇ ਉਸ ਦਾ ਅਸਰ ਜ਼ਰੂਰ ਹੁੰਦਾ ਹੈ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਇਨਸਾਨ ਨੇ ਸਾਇੰਸ ਦੇ ਖੇਤਰ ਦੇ ਵਿੱਚ ਬਹੁਤ ਤਰੱਕੀ ਕੀਤੀ, ਅੱਗੇ ਕਰਨਾ ਚਾਹੁੰਦਾ ਹੈ, ਭਾਵ ਹਰ ਖੇਤਰ ਦੇ ਵਿੱਚ ਤਰੱਕੀ ਕਰਨਾ ਚਾਹੁੰਦਾ ਹੈ। ਤੇ ਜਦੋਂ ਗੱਲ ਇਨਸਾਨ ਦੀ ਆਉਂਦੀ ਹੈ, ਉੱਥੇ ਇਨਸਾਨ ਕਹਿੰਦਾ ਹੈ ਇਹ ਰੱਬ ਤੇ ਛੱਡਿਆ, ਰੱਬ ਨੇ ਆਪੇ ਕਰਨਾ ਹੈ। ਨਹੀਂ ਸਾਧ ਸੰਗਤ, ਰੱਬ ਨੇ ਗੁਰ ਗਿਆਨ ਦਿਓ, ਰੱਬ ਨੇ ਗਿਆਨ ਬਖਸ਼ਿਆ ਹੈ, ਗਿਆਨ ਦੇ ਕੇ ਮਨ ਨੂੰ ਸਮਝਾਇਆ ਹੈ। ਸਮਝਣਾ ਤੇਰੇ ਵਾਸਤੇ ਹੈ ਭਾਈ, ਸਮਝਣਾ ਤੂੰ ਹੈ। ਤਿੰਨ ਮਾਤ ਕੀਜੇ ਹਰ ਬਾਂਝਾ, ਸੰਸਾਰ ਦੇ ਮਹਾਂਪੁਰਸ਼ਾਂ ਸੰਤਾਂ ਨੇ ਇਸ ਗੱਲ ਦਾ ਵਿਖਿਆਨ ਕੀਤਾ ਹੈ। ਮਹਾਭਾਰਤ ਦਾ ਗ੍ਰੰਥ ਹੈ, ਮਹਾਭਾਰਤ ਦੇ ਗ੍ਰੰਥ ਵਿੱਚ ਲਿਖਿਆ ਹੈ ਕਿ ਜਦੋਂ ਉਸ ਦਾ ਪਿਤਾ ਅਭਿਮਨੂ ਦਾ ਪਿਤਾ ਅਰਜੁਨ ਉਸ ਨੂੰ ਚੱਕਰਵਿਊਹ ਦੇ ਤੋੜਨ ਦੀ, ਭੇਦਨ ਦੀ ਰਚਨਾ, ਚੱਕਰਵਿਊਹ ਤੋਂ ਭਾਵ ਉਹਨਾਂ ਦਾ ਜੰਗ ਦਾ ਇੱਕ ਆਪਣਾ ਤਰੀਕਾ ਕਿ ਕਿਸ ਤਰੀਕੇ ਦੇ ਨਾਲ ਜੰਗ ਨੂੰ ਜਿੱਤਿਆ ਜਾ ਸਕਦਾ, ਉਹ ਤਰੀਕਾ ਕਹਿੰਦੇ ਜਿਸ ਤਰੀਕੇ ਦੇ ਨਾਲ ਅਭਿਮਨੂ ਅਜੇ ਮਾਤਾ ਦੇ ਗਰਭ ਵਿੱਚ ਹੈ, ਅਰਜੁਨ ਉਸ ਨੂੰ ਚੱਕਰਵਿਊਹ ਦੀ ਰਚਨਾ ਸੁਣਾ ਰਿਹਾ ਹੈ ਤੇ ਉਸ ਦੇ ਉੱਤੇ ਅਸਰ ਹੈ। ਉਹ ਬਾਅਦ ਵਿੱਚ ਪੁੱਛਦੇ ਹਨ ਤੇ ਜਵਾਬ ਦਿੰਦਾ ਹੈ ਕਿ ਇਹ ਰਚਨਾ ਚੱਕਰਵਿਊਹ ਦੇ ਵਿੱਚ ਵੜਨ ਦੀ ਰਚਨਾ ਮੈਂ ਆਪਣੀ ਮਾਂ ਕੋਲੋਂ ਸਿੱਖੀ ਹੈ। ਕਹਿਣ ਤੋਂ ਭਾਵ ਗਰਭ ਕਾਲ ਦੇ ਵਿੱਚ ਅੱਜ ਸਾਡੇ ਵਿੱਚ ਜੇਕਰ ਬੇਨਤੀ ਕਰੀਏ, ਅਫਸੋਸ ਹੈ ਇਸ ਗੱਲ ਦਾ, ਕਿਉਂ ਨਹੀਂ ਭਗਤ, ਕਿਉਂ ਨਹੀਂ ਦਾਤਾ, ਕਿਉਂ ਨਹੀਂ ਪਰਉਪਕਾਰੀ ਬੱਚੇ ਪੈਦਾ ਹੋ ਰਹੇ, ਜਨਮ ਲੈ ਰਹੇ। ਹਿੰਦੂ ਧਰਮ ਦਾ ਕਵੀ ਹੈ ਕਵੀ ਤੁਲਸੀਦਾਸ, ਉਹ ਆਪਣੀ ਇੱਕ ਰਚਨਾ ਵਿੱਚ ਲਿਖਦਾ ਹੈ। ਸਤ ਸੰਗਤ ਮੈਂ ਬੇਨਤੀ ਕਰਾਂ, ਕਈ ਵੀਰਾਂ ਨੂੰ ਇਹ ਵੀ ਭੁਲੇਖਾ ਹੁੰਦਾ ਹੈ ਕਿ ਇਹ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਨਹੀਂ, ਇਹ ਕਬੀਰ ਦਾ, ਆਪਣੇ ਤੁਲਸੀਦਾਸ ਦਾ ਆਪਣਾ ਇੱਕ ਦੋਹਾ ਹੈ। ਉਹ ਆਪਣੇ ਇੱਕ ਦੋਹੇ ਵਿੱਚ ਲਿਖਦੇ ਹਨ, ਜਨਨੀ ਜਨੈਤਾ ਸੂਰਮਾ। ਜਨਨੀ ਤੋਂ ਭਾਵ ਹੁੰਦਾ ਹੈ ਮਾਤਾ। ਜੇਕਰ ਜਨਨੀ ਜਣਦੀ ਹੈ, ਜਨਮ ਦਿੰਦੀ ਹੈ ਤੇ ਕਿਸੇ ਸੂਰਮੇ ਨੂੰ ਜਨਮ ਦੇਵੇ, ਕਿਉਂਕਿ ਜੇਕਰ ਸੂਰਮੇ ਨੂੰ ਜਨਮ ਦੇਵੇਗੀ ਤੇ ਸਾਧ ਸੰਗਤ ਜਿਹੜਾ ਸੂਰਮਾ ਹੋਵੇਗਾ ਉਹ ਕਦੀ ਵੀ ਧਰਮ ਤੇ ਇਨਸਾਨੀਅਤ ਤੇ ਇਨਸਾਨ ਤੇ ਜ਼ੁਲਮ ਹੁੰਦਾ ਵੇਖ ਸਬਰ ਨਹੀਂ ਕਰਦਾ, ਉਸ ਜ਼ੁਲਮ ਦਾ ਖਾਤਮਾ ਕਰਦਾ ਹੈ। ਅੱਜ ਆਪਾਂ ਦੇਖ ਰਹੇ ਹਾਂ ਦੋ ਦੇਸ਼ ਰੂਸ ਤੇ ਯੂਕਰੇਨ ਦੀ ਲੜਾਈ, ਆਪਸੀ ਵਿਵਾਦ ਬਣਿਆ ਹੋਇਆ ਹੈ। ਭਾਵੇਂ ਕਿ ਯੂਕਰੇਨ ਦੇਸ਼ ਆਪਣੀ ਆਬਾਦੀ ਦੇ ਵਿੱਚ ਉਸ ਦੇਸ਼ ਨੂੰ ਛੋਟਾ ਹੈ, ਪਰ ਕਹਿ ਲਈਏ ਉਹ ਆਪਣੇ ਉੱਤੇ ਹੋ ਰਿਹਾ ਜ਼ੁਲਮ ਦਾ ਸਬਰ ਨਹੀਂ ਕਰ ਸਕਦਾ। ਜਨਨੀ ਜਨੈਤਾ ਸੂਰਮਾ, ਕਹਿੰਦੇ ਜੇਕਰ ਜਨਨੀ ਨੇ, ਮਾਤਾ ਨੇ ਬੱਚੇ ਨੂੰ ਜਨਮ ਦੇਣਾ ਹੈ ਤੇ ਕੋਈ ਸੂਰਮਾ ਪੈਦਾ ਕਰੇ, ਕਹਿ ਦਾਤਾ। ਜੇਕਰ ਸੂਰਮਾ ਨਹੀਂ ਪੈਦਾ ਕਰਨਾ, ਕਹਿ ਦਾਤਾ ਕੋਈ ਪਰਉਪਕਾਰੀ, ਦਾਤਾ ਦਾ ਭਾਵ ਪਰਉਪਕਾਰੀ, ਕੋਈ ਪਰਉਪਕਾਰ ਕਰਨ ਵਾਲਾ ਪੈਦਾ ਕਰੇ। ਕਹਿ ਦਾਤਾ ਕਹਿ ਸੂਰ, ਕੋਈ ਐਸਾ ਪੈਦਾ ਕਰੇ ਜੋ ਇਨਸਾਨੀਅਤ ਦੇ ਉੱਤੇ ਜ਼ੁਲਮ ਹੁੰਦਾ ਨਾ ਵੇਖ ਸਕੇ। ਕਹਿੰਦੇ ਜੇਕਰ ਕੁਝ ਵੀ ਨਹੀਂ ਕਰ ਸਕਦੀ, ਨਹੀਂ ਤੇ ਜਨਨੀ ਬਾਜ ਰਹੇ। ਕਹਿੰਦੇ ਫਿਰ ਉਸ ਮਾਤਾ ਨੂੰ ਬਾਜ ਹੀ ਰਹਿ ਜਾਣਾ ਚੰਗਾ ਹੈ। ਕਾਹੇ ਗਵਾਵੇ ਨੂਰ, ਆਪਣੇ ਸਰੀਰ ਦੀ ਸੱਤਿਆਂ ਨੂੰ ਕਿਉਂ ਗਵਾ ਰਹੀ ਹੈ, ਆਪਣੇ ਸਰੀਰ ਦੇ ਸੱਤਿਆਂ ਨੂੰ ਕਿਉਂ ਗਵਾ ਰਹੀ ਹੈ, ਇਸ ਤੋਂ ਚੰਗਾ ਉਸ ਦਾ ਬਾਜ ਰਹਿ ਜਾਣਾ ਸੌਖਾ ਹੈ। ਸਾਧ ਸੰਗਤ ਮੈਂ ਫਿਰ ਬੇਨਤੀ ਕਰਾਂ, ਜੇਕਰ ਇਨਸਾਨ ਦੇ ਜੀਵਨ ਦੀ ਘਾੜਤ ਤਿੰਨ ਤਰੀਕਿਆਂ ਦੇ ਨਾਲ ਘੜੀ ਜਾਂਦੀ ਹੈ। ਪਹਿਲਾ ਧਰਮ ਹੈ ਉਸ ਦਾ ਮਾਤਾ ਪਿਤਾ, ਇਨਸਾਨ ਦੀ ਜੀਵਨ ਜਾਂਚ, ਇਨਸਾਨ ਦੇ ਜੀਵਨ ਦਾ ਢੰਗ ਉਸ ਦੇ ਆਪਣੇ ਤੋਂ ਘੜੀ ਜਾਂਦੀ ਹੈ ਤੇ ਪਹਿਲਾ ਉਸ ਦਾ ਸਬਕ ਹੈ ਉਸ ਦੇ ਮਾਤਾ ਪਿਤਾ, ਦੂਸਰੀ ਉਸ ਦਾ ਸਬਕ ਹੈ ਉਸ ਦੀ ਸੰਗਤ ਤੇ ਤੀਸਰਾ ਸਬਕ ਹੈ ਉਸ ਦੀ ਤਾਲੀਮ। ਜੇਕਰ ਮਾਤਾ ਪਿਤਾ ਤੋਂ ਪਹਿਲੀ ਘਾੜਤ ਉਸ ਦੀ ਚੰਗੀ ਨਹੀਂ ਘੜੀ ਜਾਵੇਗੀ, ਜ਼ਾਹਿਰ ਜੀ ਗੱਲ ਹੈ ਕਿ ਉਹ ਬੱਚਾ ਕਦੀ ਵੀ ਉਸ ਮੰਜ਼ਲ ਤੇ ਨਹੀਂ ਪਹੁੰਚ ਸਕਦਾ ਜਿਹੜੀ ਮੰਜ਼ਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ। ਜਿਹੜੀ ਮੰਜ਼ਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ 1708 ਤੱਕ 239 ਸਾਲ ਦਾ ਲੰਮਾ ਸਮਾਂ ਲਾ ਕੇ ਜਿਹੜੀ ਘਾੜਤ ਘੜੀ ਗਈ, ਉਸ ਮੰਜ਼ਲ ਤੇ ਕਦੇ ਨਹੀਂ ਅਪੜ ਸਕਦਾ।
मैं बेनती करा, ਤੁਹਾਡਾ ਬੱਚਾ ਸਾਡਾ ਆਪਣਾ ਬੱਚਾ ਕਿਸੇ ਡਾਕਟਰ ਕੋਲ ਕਿਸੇ ਕਾਲਜ ਦੇ ਵਿੱਚ ਪੜ੍ਹ ਕੇ MBBS ਡਾਕਟਰ ਤੇ ਬਣ ਸਕਦਾ ਹੈ। ਜਿਤਨਾ ਚਿਰ ਧਰਮ ਦੀ ਗਿਆਨ ਦੀ ਸੋਝੀ ਨਹੀਂ, ਉਤਨਾ ਚਿਰ ਇੱਕ ਧਾਰਮਿਕ ਡਾਕਟਰ ਨਹੀਂ ਬਣ ਸਕਦਾ। ਬੱਚਾ ਕਿਸੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਡਿਪਲੋਮਾ ਕਰਕੇ ਇੰਜੀਨੀਅਰ ਬਣ ਸਕਦਾ ਹੈ, ਜਿਤਨਾ ਚਿਰ ਉਸ ਨੂੰ ਧਰਮ ਦੀ ਗਿਆਨ ਦੀ ਸੋਝੀ ਨਹੀਂ, ਧਰਮ ਦਾ ਗਿਆਨ ਨਹੀਂ, ਉਤਨਾ ਚਿਰ ਧਾਰਮਿਕ ਇੰਜੀਨੀਅਰ ਨਹੀਂ ਬਣ ਸਕਦਾ। ਜ਼ਾਹਿਰ ਜੀ ਗੱਲ ਹੈ, ਰਿਸ਼ਵਤਾਂ ਲੈ ਲੈ ਕੇ ਕੰਮ ਕਰੇਗਾ। ਤੇ ਜੇਕਰ ਉਸ ਨੂੰ ਪਤਾ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ, ਕਿ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਨਾ ਭਾਈ, ਜੇਕਰ ਕੰਮ ਤੂੰ ਗਲਤ ਕੀਤਾ ਤੇ ਸਜ਼ਾ ਵੀ ਮਿਲੇਗੀ, ਰਿਸ਼ਵਤ ਦੇ ਕੇ ਕੰਮ ਨਹੀਂ ਚੱਲਣਾ। ਜੇਕਰ ਕੋਈ ਗਲਤ ਕੁਕਰਮ ਕੀਤਾ ਹੈ ਤੇ ਨਾ ਭਾਈ ਸਜ਼ਾ ਉਹਦੀ ਮਿਲੇਗੀ, ਰਿਸ਼ਵਤ ਦੇ ਕੇ ਮੈਂ ਇਲਾਜ ਨਹੀਂ ਕਰ ਸਕਦਾ। ਆਪਾਂ ਵੇਖਦੇ ਹਾਂ ਕਈ ਵਾਰ ਕਿਸੇ ਵਿਅਕਤੀ ਨੇ ਗੋਲੀ ਚਲਾਉਂਦਿਆਂ ਜਾਂ ਕੋਈ ਹੋਰ ਪਾਪ ਕਰਮ ਕਰਦਿਆਂ ਸੱਟ ਲੱਗ ਜਾਂਦੀ ਹੈ ਤੇ ਭੱਜ ਕੇ ਡਾਕਟਰ ਕੋਲ ਇਲਾਜ ਲਈ ਜਾਂਦਾ ਹੈ। ਤੇ ਜਦੋਂ ਡਾਕਟਰ ਕੋਲ ਇਲਾਜ ਲਈ ਜਾਂਦਾ ਹੈ, ਡਾਕਟਰ ਵੇਖ ਕੇ ਜਵਾਬ ਦਿੰਦਾ ਹੈ ਕਿ ਭਾਈ ਤੂੰ ਲੱਗਦਾ ਕੋਈ ਕਾਂਡ ਕਰਕੇ ਐਕਸੀਡੈਂਟ ਕਰਕੇ ਆਇਆ, ਜਿੰਨਾ ਚਿਰ ਪੁਲਿਸ ਨਹੀਂ ਆਉਂਦੀ ਮੈਂ ਇਲਾਜ ਨਹੀਂ ਕਰਾਂਗਾ। ਤੇ ਉਹ ਪ੍ਰੈਸ਼ਰ ਪਾਉਂਦਾ ਹੈ, ਇਨਸਾਨ ਉਸ ਦੇ ਉੱਤੇ ਪ੍ਰੈਸ਼ਰ ਪਾਉਂਦਾ ਹੈ ਕਿ ਭਾਈ ਮੇਰਾ ਇਲਾਜ ਕਰ ਦੇ, ਨਹੀਂ ਤੇ ਗੋਲੀ ਮਾਰ ਦੇਵਾਂਗਾ, ਜਾਂ ਹੋਰ ਕੋਈ ਧਮਕੀ ਦਿੰਦਾ ਹੈ। ਜੇਕਰ ਸਾਧ ਸੰਗਤ ਉੱਥੇ ਗਿਆਨ ਦੀ ਸੋਝੀ ਹੋਵੇਗੀ ਤੇ ਉਹ ਆਖੇਗਾ ਨਾ ਭਾਈ ਤੂੰ ਕੁਕਰਮ ਕੀਤਾ ਹੈ, ਸਜ਼ਾ ਤੇ ਜ਼ਰੂਰ ਮਿਲਣੀ ਹੈ। ਕੁਕਰਮ ਕੀਤਾ ਹੈ, ਸਜ਼ਾ ਤੇ ਜ਼ਰੂਰ ਮਿਲਣੀ ਹੈ। ਜਿਤਨਾ ਚਿਰ ਤੈਨੂੰ ਇਸ ਜੁਰਮ ਦੀ ਸਜ਼ਾ ਨਹੀਂ ਮਿਲਦੀ, ਉਤਨਾ ਚਿਰ ਮੈਂ ਕੁਝ ਨਹੀਂ ਕਰ ਸਕਦਾ। ਕਹਿਣ ਤੋਂ ਭਾਵ ਗੁਰ ਗਿਆਨ ਦਿਓ ਮਨ ਸਮਝਾ, ਗੁਰੂ ਨੇ ਗਿਆਨ ਦੀ ਬਖਸ਼ਿਸ਼ ਸਾਰਿਆਂ ਤੇ ਕੀਤੀ ਹੈ, ਗੁਰੂ ਨੇ ਗਿਆਨ ਸਾਰਿਆਂ ਨੂੰ ਦਿੱਤਾ ਹੈ, ਪਰ ਇਸ ਗਿਆਨ ਦੇ ਜ਼ਰੀਏ ਮਨ ਨੂੰ ਸਮਝਾਉਂਦਾ ਕੋਈ ਹੈ। ਮੈਂ ਫਿਰ ਬੇਨਤੀ ਕਰਾਂ, ਜਿਹੜਾ ਮਨ ਨੂੰ ਸਮਝਾਉਂਦਾ ਹੈ ਉਹ ਪ੍ਰਹਿਲਾਦ ਬਣ ਜਾਂਦਾ ਹੈ, ਜਿਹੜਾ ਗੁਰੂ ਦੇ ਗਿਆਨ ਨੂੰ ਪਾਸੇ ਕਰ ਦਿੰਦਾ ਹੈ ਉਹ ਹਰਨਾਕਸ਼ ਬਣ ਜਾਂਦਾ ਹੈ। ਕਹਿੰਦੇ ਤਿੰਨ ਸੁੰਨੀ ਦੇਹ ਫਿਰੈ ਬਿਨ ਨਾਵੈ, ਉਹ ਖੱਪ ਖੱਪ ਮੂਹੇ ਕਰਾਂਝਾ। ਕਹਿੰਦੇ ਉਹਨਾਂ ਦਾ ਸਰੀਰ ਨਾਮ ਤੋਂ ਸਖਣਾ ਰਹਿ ਜਾਂਦਾ ਹੈ, ਉਹਨਾਂ ਦਾ ਸਰੀਰ ਰੱਬ ਦੇ ਗੁਣਾਂ ਤੋਂ ਸਖਣਾ ਰਹਿ ਜਾਂਦਾ ਹੈ। ਤੇ ਜਦੋਂ ਰੱਬ ਦੇ ਗੁਣਾਂ ਤੋਂ ਸਖਣਾ ਰਹਿ ਜਾਂਦਾ ਹੈ, ਉਹ ਖੱਪ ਖੱਪ ਮੂਹੇ ਕਰਾਂਝਾ, ਉਹ ਇਸ ਤਰੀਕੇ ਦੇ ਨਾਲ ਖੱਪ ਖੱਪ ਕੇ ਝੂਰਦੇ ਰਹਿੰਦੇ ਹਨ ਜਿਵੇਂ ਕੋਈ ਸੰਸਾਰਕ ਦੁੱਖਾਂ ਦੇ ਨਾਲ ਦੁਖੀ ਰੋਗੀ ਗੁਜ਼ਰ ਰਿਹਾ ਹੋਵੇ, ਪੀੜ ਹੋ ਰਹੀ ਹੋਵੇ ਤੇ ਉਹ ਤੜਫ ਰਿਹਾ ਹੋਵੇ। ਜਦੋਂ ਉਸ ਦੇ ਅੰਦਰ ਰੱਬ ਦੇ ਗੁਣਾਂ ਦਾ ਆਸਾ ਨਹੀਂ, ਰੱਬ ਦੇ ਗੁਣਾਂ ਦਾ ਚਿੱਤ ਖਿਆਲ ਨਹੀਂ, ਉਹ ਅੰਦਰੋਂ ਇਸ ਤਰੀਕੇ ਦੇ ਨਾਲ ਤੜਫਦਾ ਹੈ ਜਿਸ ਤਰੀਕੇ ਦੇ ਨਾਲ ਕੋਈ ਸੰਸਾਰਕ ਦੁੱਖਾਂ ਦੇ ਪੀੜਤ ਰੋਗ ਦਾ ਰੋਗੀ ਤੜਫ ਰਿਹਾ ਹੋਵੇ। ਭਗਤ ਗੁਰਦਾਸ ਜੀ ਦਾ, ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਬਿਆਨ ਆਉਂਦਾ ਹੈ, ਜੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਪਾਨ ਉਦਿਤ ਆਕਾਸ਼ ਹੈ। ਕਿ ਜਿਸ ਤਰੀਕੇ ਦੇ ਨਾਲ ਕੋਈ ਗਿਆਨ ਦੀਆਂ ਗੱਲਾਂ ਬਹੁਤ ਕਰਦਾ ਹੈ, ਮੁਖ ਤੋਂ ਗਿਆਨ ਬਹੁਤ ਉਚਾਰਦਾ ਹੈ, ਜੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਲੇਕਿਨ ਉਸ ਗਿਆਨ ਦੇ ਅੰਦਰ ਆਪਣੇ ਆਪ ਨਹੀਂ ਰਹਿ ਪਾਉਂਦਾ। ਗਿਆਨ ਦੀਆਂ ਗੱਲਾਂ ਸੰਸਾਰ ਦੇ ਹਰ ਇੱਕ ਇਨਸਾਨ ਨੂੰ ਬਿਠਾ ਬਿਠਾ ਕੇ ਸਮਝਾ ਰਿਹਾ ਹੈ। ਸਾਧ ਸੰਗਤ, ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਬ੍ਰਹਮਦੱਤ ਦਾ ਹੰਕਾਰ ਤੋੜਿਆ ਤੇ ਉਹਨੂੰ ਵੀ ਇਹ ਸਮਝਾਇਆ ਸੀ ਕਿ ਭਾਈ ਇਹ ਗੱਡੇ ਭਰ ਕੇ ਲੋਕਾਂ ਨੂੰ ਗਿਆਨ ਤੇ ਦੱਸ ਰਿਹਾ ਹੈ, ਇਸ ਗਿਆਨ ਦਾ ਹਲ ਇੱਕ ਪੁਤਲਾ ਆਪਣੇ ਅੰਦਰ ਵੀ ਰੱਖ, ਇਸ ਗਿਆਨ ਦੀ ਸਮਝ ਆਪਣੇ ਅੰਦਰ ਵੀ ਰੱਖ। ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ। ਕਹਿੰਦੇ ਗਿਆਨ ਦੀ ਗੋਸ਼ਟੀ ਸਾਰਿਆਂ ਨੂੰ ਆਖ ਰਿਹਾ ਹੈ, ਗਿਆਨ ਦੀ ਵਿਚਾਰ ਸਾਰਿਆਂ ਨੂੰ ਦੱਸ ਰਿਹਾ ਹੈ, ਨਾ ਰਹਿਤ ਪਾਵੇ, ਉਸ ਦੇ ਵਿੱਚ ਰਹਿਤੀ ਨਹੀਂ ਪਾ ਰਿਹਾ, ਰਹਿਣਾ ਨਹੀਂ ਹੋ ਰਿਹਾ। ਕਰਨੀ ਪ੍ਰਧਾਨ, ਕਹਿੰਦੇ ਭਾਈ ਇੱਥੇ ਤੇ ਕਰਨੀ ਪ੍ਰਧਾਨ ਹੈ, ਇੱਥੇ ਕਰਮ ਪ੍ਰਧਾਨ ਹੈ। ਇੱਥੇ ਕਰਮ ਕਰੇਗਾ ਫਿਰ ਹਾਜ਼ਰੀ ਹੈ, ਇੱਥੇ ਕਰਮ ਕਰੇਗਾ ਫਿਰ ਗੁਰੂ ਦੇ ਹਾਜ਼ਰੀਨ ਹੋਵੇਗਾ। ਭਾਨ ਉਦਿਤ ਆਕਾਸ਼ ਹੈ। ਤੇ ਜਦੋਂ ਕਰਮ ਬਣ ਗਿਆ, ਜਿਸ ਤਰੀਕੇ ਦੇ ਨਾਲ ਸੂਰਜ ਆਕਾਸ਼ ਦੇ ਵਿੱਚ, ਭਾਨ ਤੋਂ ਭਾਵ ਸੂਰਜ ਆਕਾਸ਼ ਦੇ ਵਿੱਚ ਚਮਕਦਾ ਹੈ, ਉਦਿਤ ਆਕਾਸ਼ ਹੈ। ਸੂਰਜ ਉਦਿਤ ਹੁੰਦਾ ਹੈ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਭਾਈ ਵੇਖੋ ਸੂਰਜ ਆਕਾਸ਼ ਦੇ ਵਿੱਚ ਉੱਗ ਰਿਹਾ, ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਉਹ ਆਪੇ ਉੱਗਦਾ ਹੋਇਆ ਸਾਰਿਆਂ ਨੂੰ ਦਿਖ ਜਾਂਦਾ ਹੈ। ਜਿਸ ਦਿਨ ਤੇਰੇ ਅੰਦਰੋਂ ਕਰਮ, ਤੇਰੀ ਬਿਰਤੀ ਬਣ ਜਾਵੇਗੀ, ਉਸ ਦਿਨ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਤੇਰੇ ਕਰਮ ਆਪੇ ਦੁਨੀਆ ਨੂੰ ਦਿਖ ਜਾਣਗੇ। ਤੇਰੇ ਕਰਮ ਜਦੋਂ ਹੋਣਗੇ ਦੁਨੀਆ ਆਪੇ ਵੇਖੇਗੀ, ਕਿਸੇ ਕੋਲ ਜਾ ਜਾ ਕੇ ਦੱਸਣ ਦੀ ਲੋੜ ਨਹੀਂ। ਬਖਸ਼ਿਸ਼ ਕਰਦੇ ਹਨ
ਮੇਰੇ ਮਨ ਜਪ RAM ਨਾਮ ਹਰ ਮਾਝਾ। ਐ ਭਾਈ, ਜਿਸ ਗੁਰੂ ਨੇ ਗਿਆਨ ਦਿੱਤਾ, ਜਿਸ ਗੁਰੂ ਨੇ ਬਖਸ਼ਿਸ਼ ਦਿੱਤੀ, ਜਿਸ ਗੁਰੂ ਨੇ ਸੋਝੀ ਦਿੱਤੀ, ਉਸ ਪਰਮਾਤਮਾ ਦਾ ਨਾਮ ਜਪ, ਉਸ ਦਾ ਨਾਮ ਜਪਿਆ ਹੀ ਤੇਰਾ ਪਾਰ ਉਤਾਰਾ ਹੈ। ਸਤਿਗੁਰੂ ਹੈ ਬੋਹਿਤਾ ਸ਼ਬਦ ਲਗਾਵਣ ਹਾਰ। ਆਓ ਉਸ ਗੁਰੂ ਦੇ ਜਹਾਜ਼ ਤੇ ਚੜਨ ਦਾ ਯਤਨ ਕਰੀਏ, ਗੁਰੂ ਦੇ ਨਾਲ ਜੁੜਨ ਦਾ ਯਤਨ ਕਰੀਏ, ਕਿਉਂਕਿ ਸਤਿਗੁਰੂ ਹੈ ਬੋਹਿਤਾ ਸ਼ਬਦ ਲੰਘਾਵਣ ਹਾਰ। ਸ਼ਬਦ ਰੂਪੀ ਜਹਾਜ਼ ਹੀ ਐਸਾ ਜਹਾਜ਼ ਹੈ ਜੋ ਸਾਡੇ ਮਨ ਨੂੰ ਸ਼ਾਂਤੀ ਦੇ ਸਕਦਾ ਹੈ, ਮਨ ਨੂੰ ਇਕਾਗਰਤਾ ਦੇ ਸਕਦਾ ਹੈ। ਆਓ ਗੁਰੂ ਦੇ ਦਰ ਤੇ ਇਕਾਗਰਤਾ ਲੈਂਦੇ ਹੋਏ ਅਰਦਾਸ ਕਰੀਏ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕਥਾ ਵਿਚਾਰਾ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲ ਇੰਡੀਆ ਸਿੱਖ ਫੈਡਰੇਸ਼ਨ ਗੁਰਮਤਿ ਚੈਨਲ ਦੇ ਨਾਲ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਗਰ ਆਪ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰੋ, ਬੈਲ ਆਈਕਨ ਜ਼ਰੂਰ ਦਬਾਓ ਤੇ ਕਮੈਂਟਸ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।